ਅੱਜ ਸਰਕਾਰ ਨੂੰ ਅਸੀਂ ਘੇਰਨਾ ਹੈ। ਦੇਖੋ ਇਸ ਸਰਕਾਰ ਦਾ 2017 ਦਾ ਜਿਹੜਾ ਵੱਡਾ ਵਾਅਦਾ ਸੀ, ਸਭ ਤੋਂ ਪਹਿਲਾ ਵਾਅਦਾ ਸੀਗਾ ਕਿ ਕੰਟਰੈਕਚੁਅਲ EMPLOYEES ਨੂੰ ਪੱਕੇ ਕਰਾਂਗੇ, ਕੱਚੇ ਨੂੰ ਪੱਕੇ। ਪਹਿਲੀ ਕੈਬਨਿਟ 'ਚ ਕਿੰਨੀਆਂ ਕੈਬਨਿਟ ਲੰਘ ਗਈਆਂ, ਇੱਕ ਬੰਦੇ ਨੂੰ ਵੀ ਪੱਕਾ ਨਹੀਂ ਕੀਤਾ। ਉਲਟਾ ਪੋਸਟਾਂ ਖਤਮ ਕਰਨੀਆਂ ਸ਼ੁਰੂ ਕਰਤੀਆਂ ਨੇ। ਦੂਜਾ ਵਾਅਦਾ ਕੀਤਾ ਸੀ ਕਿ ਜਿਹੜਾ ਪੇ ਸਕੇਲ ਦੀ ਗੱਲ ਸੀ, ਪੇ ਕਮਿਸ਼ਨ ਦੀ, ਪੇ ਕਮਿਸ਼ਨ ਅੱਜ ਤੱਕ ਨਹੀਂ ਲਾਗੂ ਹੋਇਆ। ਪੇ ਕਮਿਸ਼ਨ ਦੀਆਂ 100 ਤੋਂ ਵੱਧ ਡਰਾਮੇ ਕਰਤੇ ਮੀਟਿੰਗਾਂ ਦੇ। ਕੀ ਇਹ ਜਿਹਾ ਫੈਸਲਾ ਕਰਨਾ ਚਾਹੁੰਦੇ, ਦੇਣਾ ਹੀ ਨਹੀਂ ਚਾਹੁੰਦੇ। ਫਿਰ ਪੰਜਾਬ ਪੇ ਸਕੇਲ ਖਤਮ ਕਰਕੇ ਸੈਂਟਰਲ ਪੇ ਸਕੇਲ ਲਾਗੂ ਕਰਨਾ। TA DA ਅਰੇਅਰਸ, ਐਡਾ ਵੱਡਾ ਧੋਖਾ ਧੱਕਾ ਤੇ ਫਰਾਡ ਕਿ ਉਹਨਾਂ ਦੇ ਸਾਰੇ TA DA ਖਾ ਗਏ। ਜਿਹੜੀ ਸਰਕਾਰ ਮੁਲਾਜ਼ਮਾਂ ਦੇ TA DA ਅਰੇਅਰਸ ਖਾ ਜੇ ਹਜ਼ਾਰਾਂ ਹੀ ਕਰੋੜ ਰੁਪਈਆ, ਉਹਨਾਂ ਦੀ ਮਨਸ਼ਾ ਕਿੱਥੋਂ ਸਾਫ਼ ਮੰਨੀ ਜਾ ਸਕਦੀ ਹੈ। ਇਹਨਾਂ ਨੂੰ ਅਖੀਰਲੇ ਸਾਲ 'ਚ ਪਤਾ ਕਿ ਲੋਕਾਂ ਵਿੱਚ ਕਿਸ ਗੱਲ ਨੂੰ ਲੈ ਕੇ ਜਾਵਾਂਗੇ, ਮੁੱਦਾ ਤਾਂ ਕੋਈ ਹੈ ਨਹੀਂ। ਹੁਣ ਇਹ ਜਾਣਬੁੱਝ ਕੇ ਸਿਆਸੀ ਡਰਾਮੇਬਾਜ਼ੀ ਹੋ ਰਹੀ ਆ, ਦੇ ਤੱਥਾਂ ਦੇ ਆਧਾਰ ਤੇ ਕੋਈ ਗੱਲ ਨਹੀਂ ਹੋ ਰਹੀ। ਇਹਨਾਂ ਨੂੰ ਡਰ ਕਿਉਂ ਨਜ਼ਰ ਆ ਰਿਹਾ? ਪ੍ਰਸ਼ਾਂਤ ਕਿਸ਼ੋਰ ਜੀ ਸਾਡੇ ਨਾਲ ਪਹਿਲਾਂ 2017 'ਚ ਵੀ ਸੀਗੇ ਔਰ ਹੁਣ ਵੀ ਸਾਡੇ ਨਾਲ ਆਏ ਨੇ, ਔਰ ਉਹਨਾਂ ਨੂੰ ਵੀ ਪਤਾ ਕਿ ਜਿਹੜੀ ਸੱਤਾਧਾਰੀ ਕਾਂਗਰਸ ਪਾਰਟੀ ਆ ਉਹਨੇ ਪੰਜਾਬ ਦੇ ਲਈ ਜੋ ਵਾਅਦੇ ਕੀਤੇ ਉਹ ਪੂਰੇ ਕੀਤੇ, ਔਰ ਅਸੀਂ ਅੱਜ ਡਿਵੈਲਪਮੈਂਟ ਜਿਹੜਾ ਸਾਡਾ ਮੁੱਖ ਏਜੰਡਾ ਉਸ ਨੂੰ ਅਸੀਂ ਬੜਾ ਸਫਲਤਾਪੂਰਵਕ ਪੰਜਾਬ ਦੇ ਵਿੱਚ ਲਾਗੂ ਕੀਤਾ। ਤਾਂ ਇਸ ਕਰਕੇ ਇਹਨਾਂ ਨੂੰ ਅੱਜ ਇਸ ਤਰ੍ਹਾਂ ਜਿਹੜੀਆਂ ਗੱਲਾਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ 'ਚ ਕੋਈ ਵੀ ਤੱਥ ਆਧਾਰ ਨਜ਼ਰ ਨਹੀਂ ਆਉਂਦਾ। ਹੁਣ ਕਹਿੰਦਾ KMP ਬੰਦ ਕਰ ਲਓ ਜੀ ਅੱਜ ਫੇਰ। ਉਹ ਕੀ ਅਸਰ ਹੋਣਾ ਇਹਦੇ ਨਾਲ, ਮੈਨੂੰ ਦੱਸੋ ਤਾਂ ਸਹੀ। ਇਹਦੇ ਨਾਲ ਕੀ ਅਸਰ ਹੋਣਾ? ਜਦੋਂ ਦਿੱਲੀ ਵਾੜ ਲਿਆ ਤੁਸੀਂ, ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਤੁਸੀਂ ਜਿੰਨਾ ਚਿਰ ਪਹਿਲਾਂ ਸਭ ਤੋਂ ਯੋਗਿੰਦਰ ਯਾਦਵ ਆ ਕੇ ਉਹਦੇ ਮਰਨ ਵਰਤੇ ਬੈਠੇ ਅੰਨਾ ਵਾਂਗੂ, ਮੈਂ ਕਹਿ ਕੇ ਥੱਕ ਗਿਆ ਤਾਂ ਇਹਨੂੰ ਮੰਨਾਂਗੇ ਲੀਡਰ। ਉਹ ਮੈਂ ਸਰਕਾਰ ਤੋਂ ਸੁਣਿਆ ਹੈ 2 ਮਈ ਤੱਕ ਉਹ ਕਹਿੰਦੇ ਜਮਾ ਗੱਲ ਨਹੀਂ ਕਰਦੇ ਅਸੀਂ, ਕਿਉਂਕਿ ਤੁਸੀਂ ਖਿੰਡ ਗਏ, ਤੁਹਾਡੀ ਗੱਲ ਹੀ ਕੋਈ ਨਹੀਂ ਗਈ। ਹੁਣ 2 ਮਈ ਤੱਕ ਕਹਿੰਦੇ 5 ਸੂਬਿਆਂ ਦੇ ਇਲੈਕਸ਼ਨਾਂ ਤੋਂ ਬਾਅਦ ਦੇਖਾਂਗੇ ਜੇ ਗੱਲ ਕਰਨੀ ਹੋ। ਇਹ ਸਰਕਾਰ ਆ, ਸਰਕਾਰ ਦਾ ਅੱਜ ਹਾਲ ਆ। ਮੰਨੀਏ ਤਾਂ ਸਾਰੇ ਇਕੱਠੇ ਹੋ ਜਾਓ, ਮੈਂ ਬਾਰ-ਬਾਰ ਕਹਿ ਗਿਆ ਇਕੱਠੇ ਹੋ ਜਾਓ ਤਾਂ ਸਰਕਾਰ ਝੁਕੂਗੀ। ਨਹੀਂ ਜੋ ਹਾਲਾਤ ਨੇ, ਟਿਕੈਤ ਸਾਹਿਬ ਕਹਿੰਦੇ ਆ ਕੋਈ ਗੱਲ ਨਹੀਂ, ਸਾਲ ਨਹੀਂ 2 ਸਾਲ ਦੇਖ ਲਾਂਗੇ। ਉਹ ਭਾਈ ਤੁਸੀਂ ਤਾਂ ਜਹਾਜ਼ਾਂ 'ਚ ਸਾਰੀਆਂ ਸਟੇਟਾਂ ਦੇ ਗੇੜੇ ਕੱਢ ਰਹੇ ਹੋ। ਜਿਹੜੇ ਵਿਚਾਰੇ ਉਰੇ ਧੁੱਪੇ ਗਰਮੀ 'ਚ ਇੱਕ ਦਰਖਤ ਨਹੀਂਗਾ ਸੜਕ ਦੇ ਕੰਢੇ, ਇੱਕ ਦਰਖਤ ਵੀ ਸੜਕਾਂ ਦੇ ਕੰਢੇ ਨਹੀਂਗਾ। ਕਿਵੇਂ ਬੈਠਣਗੇ ਉਹ? ਕਿਵੇਂ ਬੱਚਿਆਂ ਨੂੰ, ਕਿੰਨਿਆਂ ਨੂੰ AC, ਕਿੰਨਿਆਂ ਨੂੰ ਪੱਖੇ, ਕਿੰਨੀਆਂ ਟਰਾਲੀਆਂ ਲੈ ਆਵਾਂਗੇ? ਪਰ ਇਸ ਕਰਕੇ ਲੀਡਰੋ ਪਹਿਲਾਂ ਆਪ ਆਪਣੇ ਆਪ ਨੂੰ ਤਪਾਓ। ਤੁਸੀਂ ਬੈਠੋ ਗਰਮੀ 'ਚ, ਦਿਖਾਓ ਵੀ ਆ ਬੈਠੇ ਆ ਸੂਰਜ ਦੇ ਥੱਲੇ। ਜਿੰਨਾ ਚਿਰ ਨਹੀਂ ਉਹਨਾਂ ਚਿਰ ਪਿੱਛੇ ਨਹੀਂ ਹਟਦੇ। ਆ ਭੁੱਖਣ ਭਾਣੇ ਬੈਠੇ ਆ, ਕੁਛ ਹੋ ਜੇ ਕੁਰਬਾਨੀ ਦਾ ਜਜ਼ਬਾ ਲਿਆਓ। ਗੱਲਾਂ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀਆਂ ਕਰਨੀਆਂ ਬੜੀਆਂ, ਬਾਬਾ ਬਘੇਲ ਸਿੰਘ ਦੀਆਂ ਕਰਨੀਆਂ ਬੜੀਆਂ ਸੌਖੀਆਂ। ਆਮ ਆਦਮੀ ਪਾਰਟੀ 2017 ਤੋਂ ਲੈ ਕੇ ਲਗਾਤਾਰ ਵੱਖ-ਵੱਖ ਯਤਨਾਂ ਦੇ ਸਦਕਾ, ਚਾਹੇ ਉਹ ਸੜਕ ਤੇ ਅੰਦੋਲਨ ਦੀ ਗੱਲ ਆ, ਚਾਹੇ ਪੰਜਾਬ ਦੇ ਵਿਧਾਨ ਸਭਾ ਦੇ ਅੰਦੋਲਨ ਦੀ ਗੱਲ ਆ, ਲਗਾਤਾਰ ਕੈਪਟਨ ਸਾਹਿਬ ਨੂੰ ਕੀਤੇ ਹੋਏ ਵਾਅਦੇ ਯਾਦ ਕਰਾਉਂਦੇ ਰਹਿੰਦੇ ਆ। ਕਿਉਂਕਿ 2017 ਦੇ ਵਿੱਚ ਵਾਅਦਾ ਕੈਪਟਨ ਸਾਹਿਬ ਦਾ ਸੀਗਾ ਕਿ ਮੈਂ ਪਾਵਰ ਪਰਚੇਜ ਐਗਰੀਮੈਂਟ ਜਿਹੜੇ ਪੁਰਾਣੀ ਸਰਕਾਰ ਨੇ ਕੀਤੇ ਨੇਗੇ, ਮੈਂ ਆਉਣ ਸਾਰ ਉਹਨਾਂ ਦਾ ਰਿਵਿਊ ਕਰੂੰਗਾ, ਰੱਦ ਕਰੂੰਗਾ ਔਰ ਪੰਜਾਬ 'ਚ ਸਸਤੀ ਬਿਜਲੀ ਦੇਵਾਂਗਾ। ਹੁਣ 14 ਵਾਰ ਪੰਜਾਬ 'ਚ ਬਿਜਲੀ ਦੇ ਰੇਟ ਵਧਾਤੇ। ਉਹ ਸਮਝੌਤੇ ਰੱਦ ਤਾਂ ਕੀ ਕਰਨੇ ਸੀ, ਰਿਵਿਊ ਤਾਂ ਕੀ ਕਰਨੇ ਸੀ। ਜਦੋਂ ਪਿਛਲਾ ਵਿਧਾਨ ਸਭਾ ਦਾ ਸੈਸ਼ਨ ਸੀ, ਮੈਂ ਸਮਝਦਾ ਸਮਿਤੀ ਤੁਸੀਂ ਕਵਰ ਕਰ ਰਹੇ ਸੀ, ਮੈਂ ਦੇਖਿਆ ਕਿ ਉਹ ਸੈਸ਼ਨ ਦੇ ਵਿੱਚ ਕੈਪਟਨ ਸਾਹਿਬ ਕਿਤਾਬ ਲੈ ਕੇ ਆਏ ਸੀਗੇ। ਉਹ ਕਿਤਾਬ ਦਿਖਾ ਕੇ ਇਸ਼ਾਰਾ ਕੀਤਾ ਸੀ ਸੈਸ਼ਨ ਦੇ ਵਿੱਚ ਕਿ ਮੈਂ ਵਾਈਟ ਪੇਪਰ ਤਿਆਰ ਕਰ ਲਿਆ, ਮੇਰੇ ਕੋਲ ਵਾਈਟ ਪੇਪਰ ਤਿਆਰ ਆ, ਪੁਰਾਣੀ ਸਰਕਾਰ ਦਾ ਕੱਚਾ ਚਿੱਠਾ ਤਿਆਰ ਆ, ਮੈਂ ਅਗਲੇ ਸੈਸ਼ਨ 'ਚ ਖੋਲੂੰਗਾ। ਕਿਉਂਕਿ ਮੈਂ ਪੜ੍ਹਿਆ ਨਹੀਂ ਹੈਗਾ, ਅਫਸਰਾਂ ਨੇ ਤਿਆਰ ਕਰ ਲਿਆ, ਮੈਂ ਪੜ੍ਹਿਆ ਨਹੀਂ, ਮੈਂ ਅਗਲੇ ਸੈਸ਼ਨ 'ਚ ਕਰੂੰਗਾ। ਕਿੰਨੇ ਸੈਸ਼ਨ ਲਾਂਗੇ ਹੁਣ? ਕਿਉਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਚੁੱਪ ਨੇ? ਲੀਡਰ ਆਫ ਆਪੋਜੀਸ਼ਨ ਨੇ ਦੱਸਿਆ ਕਿ ਅਸੀਂ ਪਿਛਲੇ 4 ਸਾਲਾਂ ਤੋਂ ਇਹ ਮੁੱਦਾ ਚੱਕਦੇ ਆ ਰਹੇ, ਔਰ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਦਾ ਵਾਅਦਾ ਸੀਗਾ ਕਿ ਜਦੋਂ ਇਹਨਾਂ ਦੀ ਸਰਕਾਰ ਬਣ ਜਾਂਦੀ ਹੈ, ਇਹ ਜਿਹੜੇ 3 ਪ੍ਰਾਈਵੇਟ ਥਰਮਲ ਪਾਵਰ ਪਲਾਂਟਸ ਦੇ ਨਾਲ ਪਿਛਲੀ ਸਰਕਾਰ ਨੇ ਐਗਰੀਮੈਂਟ ਕੀਤੇ ਸੀ ਉਹਨਾਂ ਨੂੰ ਰੱਦ ਕਰਾਂਗੇ ਤਾਂ ਕਿ ਲੋਕਾਂ ਨੂੰ ਮਹਿੰਗੇ ਬਿਜਲੀ ਦੇ ਬਿੱਲਾਂ ਤੋਂ ਰਾਹਤ ਦਿੱਤੀ ਜਾ ਸਕੇ। ਪਰ ਜਦੋਂ ਦੀ ਸਰਕਾਰ ਬਣੀ ਹੈ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਹੈਗੀ। ਅਸੀਂ ਸਪੀਕਰ ਸਾਹਿਬ ਨੂੰ ਇਹੀ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਬਿਜਲੀ ਦਾ ਯੂਨਿਟ ਅੱਜ ਮੱਚ ਰਿਹਾ ਹੈ ਉਹਦੇ ਵਿੱਚ ਘੱਟੋ ਘੱਟ 3 ਤੋਂ 4 ਰੁਪਏ ਦਾ ਚੂਨਾ ਜਿਹੜਾ ਉਹਨੂੰ ਲੱਗ ਰਿਹਾ ਹੈ। ਇਹ ਤਾਂ ਲੁੱਟ ਕੰਟੀਨਿਊਸਲੀ ਪਿਛਲੇ 10-12 ਸਾਲ ਤੋਂ ਚੱਲ ਰਹੀ ਹੈ ਤੇ ਜਦੋਂ ਤੱਕ ਇਹਨੂੰ ਨੱਥ ਨਹੀਂ ਪਾਈ ਜਾਊਗੀ ਇਹ ਮਸਲਾ ਤਾਂ ਤਾਜ਼ਾ ਹੀ ਰਹੂਗਾ। ਮੈਂ ਦਾਅਵਾ ਕਰਦਾ ਕਿ ਜੇ ਸਾਡਾ ਆਮ ਆਦਮੀ ਪਾਰਟੀ ਦਾ ਬਣਾਇਆ ਹੋਇਆ ਵਾਈਟ ਪੇਪਰ ਵੀ ਕੈਪਟਨ ਅਮਰਿੰਦਰ ਸਿੰਘ ਪੜ੍ਹ ਲੈਣ ਔਰ ਉਹਨੂੰ ਇਨ ਬਿਨ ਲਾਗੂ ਕਰ ਦੇਣ ਤੇ ਘੱਟੋ ਘੱਟ ਪੰਜਾਬ ਦੇ ਵਿੱਚ 3 ਤੋਂ 4 ਰੁਪਏ ਪਰ ਯੂਨਿਟ ਬਿਜਲੀ ਹੈ ਜਿਹੜੀ ਉਹ ਸਸਤੀ ਕੀਤੀ ਜਾ ਸਕਦੀ ਹੈ। ਅਸੀਂ ਕਰਕੇ ਦਿਖਾਵਾਂਗੇ ਜਿਵੇਂ ਦਿੱਲੀ ਦੀ ਸਾਡੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਸਰਕਾਰ ਨੇ ਤਕਰੀਬਨ 60% ਘਰਾਂ ਨੂੰ ਬਿਜਲੀ ਦਾ ਬਿੱਲ ਹੈ ਜਿਹੜਾ ਜ਼ੀਰੋ ਆ ਰਿਹਾ ਹੈ। ਅੱਜ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ ਔਰ ਉਸ ਮੀਟਿੰਗ ਦੇ ਵਿੱਚ ਕੁਝ ਫੈਸਲੇ ਲਏ ਗਏ ਨੇ, ਜਿਵੇਂ
ਇੱਕ ਤਾਂ ਸਭ ਤੋਂ ਵੱਡਾ ਫੈਸਲਾ ਇਹ ਲਿਆ ਗਿਆ ਕਿ 6 ਤਰੀਕ ਨੂੰ 5 ਘੰਟੇ ਦੇ ਲਈ KMP ਰੋਡ ਹੈ ਜਿਹੜੀ, ਇਹ ਸੜਕ ਨੂੰ ਜਾਮ ਕੀਤਾ ਜਾਣਾ ਹੈ। ਔਰ ਇਹ ਸੜਕ ਨੂੰ ਜਾਮ ਕਰਨ ਦਾ ਜਿਹੜਾ ਮੁੱਖ ਕਾਰਨ ਹੈ ਕਿ ਇੱਕ ਸਰਕਾਰ ਨੂੰ ਇੱਕ ਤਰ੍ਹਾਂ ਦਾ ਸੰਦੇਸ਼ਾ ਦੇਣਾ ਹੈ ਕਿ ਅਗਰ ਸਰਕਾਰ ਨੇ ਸ਼ਾਂਤਮਈ ਬੈਠੇ ਕਿਸਾਨਾਂ ਦੀ ਇਹ ਗੱਲ ਦੀ ਸੁਣਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ, ਅਗਲੇ ਜਿਹੜੇ ਪ੍ਰੋਗਰਾਮ ਆ ਹੋਰ ਵੀ ਇਸ ਤੋਂ ਵੀ ਤਿੱਖੇ ਤੇ ਤੇਜ਼ ਹੋ ਸਕਦੇ ਆ। ਸੋ ਇਹ ਸੁਨੇਹਾ ਦੇਣ ਵਾਸਤੇ ਆਪਾਂ 5 ਘੰਟਿਆਂ ਦੇ ਲਈ KMP ਜਾਮ ਕਰਨੀ ਹੈ। ਨਾਲ ਉਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਹੈ ਕਿ ਅਸੀਂ ਸਾਡੇ ਜਿਹੜੇ ਪਰਿਵਾਰ ਨੇ, ਔਰਤ ਦਾ ਬਹੁਤ ਵੱਡਾ ਯੋਗਦਾਨ ਹੈ ਮੁੱਢ ਲਾ ਤੋਂ ਖੇਤੀ ਦੇ ਵਿੱਚ। ਔਰ ਅੱਜ ਜਦੋਂ ਖੇਤੀ ਦੇ ਬਚਾਉਣ ਦੀ ਗੱਲ ਆਉਂਦੀ ਹੈ ਤੇ ਉਸ ਵੇਲੇ ਫਿਰ ਲੋੜ ਮਹਿਸੂਸ ਹੁੰਦੀ ਹੈ ਕਿ ਸਾਡੀਆਂ ਭੈਣਾਂ, ਸਾਡੀਆਂ ਧੀਆਂ, ਸਾਡੀਆਂ ਬੇਟੀਆਂ, ਸਾਡੀਆਂ ਮਾਤਾਵਾਂ ਇਸ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ, ਕਿਉਂਕਿ 8 ਤਰੀਕ ਨੂੰ ਇਹ ਮਹਿਲਾਵਾਂ ਦਾ, ਔਰਤਾਂ ਦਾ, ਬੀਬੀਆਂ ਦਾ ਜਿਹੜਾ ਦਿਨ ਮਨਾਇਆ ਜਾ ਰਿਹਾ ਹੈ ਪੂਰੇ ਦੇਸ਼ ਦੇ ਅੰਦਰ, ਉਹਦੇ ਵਿੱਚ ਸਾਡਾ ਇੱਕੋ ਹੀ ਸਭ ਤੋਂ ਵਧੀਆ ਤਰੀਕਾ ਇਹ ਦਿਨ ਮਨਾਉਣ ਦਾ ਕਿ ਅਸੀਂ ਜਿਸ ਤਰ੍ਹਾਂ ਸਾਡੀਆਂ ਭੈਣਾਂ ਦਾ, ਸਾਡੀ ਖੇਤੀ ਨੂੰ ਕਰਨ ਦੇ ਵਿੱਚ, ਇਸ ਰੁਜ਼ਗਾਰ ਨੂੰ ਕਰਨ ਦੇ ਵਿੱਚ ਜਿਸ ਤਰ੍ਹਾਂ ਦਾ ਹਿੱਸੇਦਾਰੀ ਹੈ, ਉਸੇ ਤਰ੍ਹਾਂ ਦੀ ਹਿੱਸੇਦਾਰੀ ਇਸ ਰੁਜ਼ਗਾਰ ਨੂੰ ਜਿਉਂਦਿਆਂ ਰੱਖਣ ਦੇ ਲਈ, ਪਾਉਣ ਦੇ ਲਈ ਆਪਾਂ ਸਾਰੀਆਂ ਸਾਡੀਆਂ ਭੈਣਾਂ ਨੇ ਕੋਸ਼ਿਸ਼ ਕਰਨੀ ਹੈ ਕਿ 8 ਤਰੀਕ ਨੂੰ ਆਪਾਂ ਦਿੱਲੀ ਦੇ ਸਾਰੇ ਹੀ ਬਾਰਡਰ ਹੈ, ਜਿਹੜੇ ਸਿੰਘੂ ਬਾਰਡਰ ਹੈ, ਟਿਕਰੀ ਬਾਰਡਰ ਹੈ, ਜਾਂ ਜਿਹੜਾ ਪਲਵਲ ਬਾਰਡਰ ਹੈ, ਜਾਂ ਗਾਜ਼ੀਪੁਰ ਬਾਰਡਰ ਹੈ, ਇਹਨਾਂ ਬਾਰਡਰਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਭੈਣਾਂ, ਸਾਡੇ ਪਰਿਵਾਰ, ਸਾਡੀਆਂ ਬੀਬੀਆਂ ਪਹੁੰਚ ਕੇ ਹਾਜ਼ਰੀ ਲਵਾਉਣ, ਤਾਂ ਕਿ ਉਹ ਦਿਨ ਸਾਰਾ ਹੋਣਾ ਵੀ, ਸਟੇਜ ਵੀ ਬੀਬੀਆਂ ਨੇ ਚਲਾਉਣੀ ਹੈ ਤੇ ਸਾਰਾ ਪ੍ਰਬੰਧ ਵੀ ਬੀਬੀਆਂ ਦਾ ਹੋਏਗਾ ਉਸ ਦਿਨ। ਔਰ ਉਸ ਤੋਂ ਅੱਗੇ ਇੱਕ ਪ੍ਰੋਗਰਾਮ ਇਹ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 15 ਮਾਰਚ ਨੂੰ ਇੱਕ ਟ੍ਰੇਡ ਯੂਨੀਅਨਸ ਵੱਲੋਂ ਪ੍ਰਾਈਵੇਟੇਸ਼ਨ ਦੇ ਖਿਲਾਫ ਇੱਕ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ ਕਿ ਰੇਲਵੇ ਦੇ ਜਿਹੜੇ ਕਰਮਚਾਰੀ ਨੇ ਉਹ ਅੰਦੋਲਨ ਕਰਨਗੇ, ਪ੍ਰੋਟੈਸਟ ਕਰਨਗੇ ਰੇਲਵੇ ਸਟੇਸ਼ਨਾਂ ਦੇ ਬਾਹਰ ਆ ਕੇ, ਔਰ ਉਹਦੇ ਵਿੱਚ ਅਸੀਂ ਸਹਿਯੋਗ ਕਰਨਾ ਹੈ ਤਾਂ ਕਿ ਆਉਣ ਵਾਲੇ ਜਿਹੜੇ ਅੰਦੋਲਨ ਦੇ ਵਿੱਚ ਜਿਹੜੇ ਸਾਡੇ ਰੇਲਵੇ ਦੇ ਕਰਮਚਾਰੀ ਜਿਨ੍ਹਾਂ ਨੇ ਪਹਿਲਾਂ ਵੀ ਸਾਡੇ ਸਹਿਯੋਗ ਦਾ ਐਲਾਨ ਕੀਤਾ ਹੋਇਆ ਤੇ ਆਉਣ ਵਾਲੇ ਅੱਗੇ ਦਿਨਾਂ ਦੇ ਵਿੱਚ ਵੀ ਸਾਡਾ ਸਹਿਯੋਗ ਉਹ ਦੇਣਗੇ। ਸੋ ਇਸ ਪ੍ਰੋਗਰਾਮ ਦੇ ਵਿੱਚ ਇਹ ਸਾਡੇ 3 ਪ੍ਰੋਗਰਾਮ ਲਿਖੇ ਗਏ ਨੇ, ਇਹਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਸ਼ਮੂਲੀਅਤ ਕਰਨੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਅਗਲੇ ਪ੍ਰੋਗਰਾਮ ਆਉਣੇ ਆ ਉਹ ਵੀ ਮਤਲਬ ਜਲਦ ਹੀ अगलियां मीटिंगां दे विच दित्ते जाणगे। तो राजनीति में ये प्लस माइनस होता है, लेकिन जब 5 में से 4 सीटें जीतते हैं तो हमारे लिए ये बहुत बड़ी जीत है। नगर निगम के चुनाव में क्योंकि वोट भी कम पड़ता है उसका फ़र्क रहा होगा, लेकिन जिस तरह से लोगों ने 5 में से 4 सीटें देके अरविंद केजरीवाल जी की 6 साल की राजनीति पर भरोसा जताया है और भारतीय जनता पार्टी की 15 साल की राजनीति का सुपड़ा साफ किया है, वो एक बड़ा मैसेज है दिल्ली की जनता की तरफ से। एक तरफ जहां आम आदमी पार्टी के 6 साल के काम से दिल्ली की जनता बहुत खुश है, दूसरी तरफ भारतीय जनता पार्टी के 15 साल के काम से MCD में दिल्ली की जनता बहुत नाराज है। इतनी नाराज है, इतनी नाराज है कि उनको 0 पे ला दी। जनता इस तरह का भ्रष्टाचार नहीं चाहती। जनता चाहती है कि जैसा दिल्ली सरकार अच्छा काम कर रही है वैसा ही अच्छा काम अब MCD में होना चाहिए। अगर मैं रोना चालू कर दूं, मेरे को टीचर्स को तनख्वाह देने के पैसे नहीं है, तनख्वाह देने के पैसे नहीं है, तो मैं छोड़ दूं, फिर मेरे से नहीं हो रहा तो छोड़ दूं। हमने कभी ऐसा नहीं किया। एक तरफ हम केंद्र सरकार से पैसे भी मांगते हैं और दूसरी तरफ हम अपने सारे कर्मचारियों को तनख्वाह भी देते हैं। कहीं से लाएं?